ਬਾਜ਼ ਔਕਾਤ ਡਾਕਟਰ ਜਿਹੜੇ ਨਾ ਪੈਸਾ ਲੈਣ ਦੀ ਖਾਤਰ ਇਹ ਕਰਦੇ ਨੇ ਵੀ ਇਹ ਮੈਨੂੰ ਬਿਮਾਰੀ ਹੋ ਗਈ, ਇਹ ਹੋ ਗਈ, ਇਹ ਹੋ ਗਈ। ਮੈਂ ਨਾ ਗਰੰਟੀ ਨਾਲ ਇਹ ਗੱਲ ਕਰਨਾ, ਡਾਕਟਰ ਇੱਕ ਮੈਂ ਡਾਕਟਰ ਬਣ ਲਵੇ, ਇੱਕ ਮੈਂ ਮੇਰੇ ਕੋ ਬਣ ਦਿਓ। ਡਾਕਟਰ ਆਪਣਾ ਦੇਖਭਾਲ ਕਰੇ, ਮੈਂ ਆਪਣੀ ਦੇਖਭਾਲ ਕਰਨਾ। ਮੇਰੇ ਨਾਲ ਮੈਂ ਦਾ ਦੁੱਧ ਵਧਾ ਜਾਵੇ, ਮੇਰੇ ਨਾਲ ਮੋਟੀ ਜ਼ਿਆਦਾ ਕਰ ਜਾਵੇ ਤੇ ਮੈਂ ਉਹਨੂੰ ਫ੍ਰੀ ਦੇ ਛੱਡਾਂਗਾ। ਮੈਂ ਗਰੰਟੀ ਨਾਲ ਲਿਖ ਕੇ ਗੱਲ ਕਰਨਾ, ਪਰਮਾਨੈਂਟ ਗੱਲ ਕਰਨਾ। ਆਹ ਡਾਕਟਰ ਪੈਸੇ ਬਣਾਉਣ ਦੀ ਖਾਤਰ ਡਾਕਟਰ ਆਉਂਦੇ ਨੇ ਵੀ ਆ ਮੈਨੂੰ ਇਹ ਟੀਕਾ ਲਾਓ ਇੰਝ ਕਰੇਗੀ, ਇਹ ਟੀਕਾ ਲਾਓ ਇੰਝ ਕਰੇਗੀ, ਬਿਲਕੁਲ ਝੂਠ 'ਚ। ਇਹ ਸਾਡੇ ਉਹਨੇ ਕਿਹਾ ਵੀ ਨਾ, ਉਹਨੇ ਕਿਹਾ ਵੀ ਕੰਮ ਆਇਆ ਜੇ ਤੇ ਨਾ। ਮੈਂ ਗਰੰਟੀ ਨਾਲ ਇਹ ਗੱਲ ਕਰਨਾ ਵੀ ਡਾਕਟਰ ਇੱਕ ਮੈਂ ਡਾਕਟਰ ਬਣਨੇ, ਇੱਕ ਮੈਂ ਬੰਨਾ। ਡਾਕਟਰ ਮੈਨੂੰ ਦੁੱਧ ਜ਼ਿਆਦਾ ਚੋ ਜਾਵੇ, ਡਾਕਟਰ ਮੈਨੂੰ ਮੋਟੀ ਜ਼ਿਆਦਾ ਕਰ ਜਾਵੇ, ਡਾਕਟਰ ਦੀ ਮੈਨੂੰ ਉਹਨੇ ਕਿਹਾ ਵੀ ਮੈਨੂੰ ਬਿਮਾਰੀ ਪੈ ਜਾਵੇ, ਮੈਂ ਫ੍ਰੀ ਦੇ ਛੱਡਾਂਗਾ। ਕਿਆ ਬਾਤ, ਕਿਆ ਬਾਤ। ਤੇ ਡਾਕਟਰ ਜਿਹੜਾ ਸਾਰੇ ਡਾਕਟਰ ਨਹੀਂ ਇੰਜ ਕਰਦੇ, ਕੁਛ ਵਿੱਚ ਕਰਦੇ ਨੇ, ਕੁਛ ਨਹੀਂ ਜ਼ਿਆਦਾ 100% ਉਹਨੇ ਕਿਹਾ ਪੈਸੇ ਲੈਣ ਦੀ ਖਾਤਰ ਉਹਨੇ ਕਿਹਾ ਵੀ ਜਾਨਵਰਾਂ ਤੇ ਜ਼ੁਲਮ ਕਰਦੇ ਨੇ। ਟੀਕਾ ਫਲਾਣਾ ਲਾਓ, ਫਲਾਣਾ ਟੀਕਾ ਲਾਓ, ਫਲਾਣੀ ਦਵਾਈ ਲਿਆਓ, ਫਲਾਣੀ ਲਿਆਓ। ਇਹ ਅਕਸਰ ਡਾਕਟਰ ਮੈਂ ਵੇਖੇ ਨੇ। ਮੈਂ ਤੇ ਐਡਾ ਇੱਕ ਸੀ ਜਦੋਂ ਦਾ ਉਹਨੇ ਕਿਹਾ ਵੀ ਇਸ ਕੰਮ ਦੇ ਵਿੱਚ ਵੜਿਆ। ਮੇਰਾ ਖਿਆਲ ਹੈ ਸਾਨੂੰ ਤੇ ਗੁੜਤੀ ਇਸ ਮੱਝਾਂ ਦੀ ਪਈ ਹੈ। ਜਦੋਂ ਮੈਂ ਜੰਮਿਆ ਸੀ ਉਦੋਂ ਮੇਰੇ ਪਿਓ ਨੇ ਉਹਨੇ ਕਿਹਾ ਲਿਆ ਕੇ ਮੈਂ ਦਾ ਦੁੱਧ ਮੇਰੇ ਮੂੰਹ 'ਚ ਪਾਇਆ ਸੀ। ਕਿਆ ਬਾਤ। ਤੇ ਅਸੀਂ ਕਿਉਂ ਉਹਨੇ ਕਿਹਾ ਵੀ ਆਖੀਏ ਵੀ ਇਹ ਤੇ ਡੰਗਰ ਜਿਹੜੇ ਨੇ ਨੁਕਸਾਨ ਕਰਦੇ ਨੇ। ਇਹ ਫਾਇਦਾ ਹੀ ਫਾਇਦਾ, ਜਿੰਨਾ ਫਾਇਦਾ ਇਸ ਡੰਗਰ ਵਿੱਚ ਉਹਨਾਂ ਕਿਸੇ ਕਾਰੋਬਾਰ ਵਿੱਚ ਨਹੀਂ। ਲੇਕਿਨ ਪੂਰਾ ਉਹਦਾ ਧਿਆਨ ਕਰਿਆ ਜਾਵੇ। ਇਹ ਨਾ ਕੀਤਾ ਜਾਵੇ ਵੀ ਮੈਂ ਲੈ ਲਈ ਖਰੀਦ ਕੇ ਤੇ ਉਹਨੇ ਕਿਹਾ ਵੀ ਆਪ ਬਿਸਤਰੇ ਜਾ ਕੇ ਸੌਂ ਗਿਆ, ਮੈਂ ਬਾਹਰ ਠੰਡ 'ਚ ਖੜੀ ਹੈ ਤੇ ਮੈਂ ਆਖਿਆ ਵੀ ਠੀਕ ਹੈ ਕੋਈ ਨਹੀਂ, ਮੈਂ ਡੰਗਰ ਹੈ ਨਾ। ਡੰਗਰ ਕਿਉਂ ਹੈ? ਉਹਦੇ ਤੋਂ ਰੋਜ਼ੀ ਨਹੀਂ, ਉਹ ਪੀਂਦਾ ਨਹੀਂ, ਉਹਦੇ ਤੋਂ ਖਾਂਦਾ ਨਹੀਂ, ਉਹਦੇ ਤੋਂ ਉਹਦੇ ਤੇ ਦੇਖਭਾਲ ਕਰ ਪੂਰੀ, ਉਹਦਾ ਤਵੱਜੋ ਦੇ। ਆਪ ਅੰਦਰ ਸੌਵੇਂ, ਮੈਂ ਤੇਰੀ ਠੰਡ 'ਚ ਖੜੀ ਹੋਵੇ, ਆਪ ਬਾਰਿਸ਼ ਤੂੰ ਅੰਦਰ ਜਾਵੇਂ ਤੇ ਮੈਂ ਤੇਰੀ ਬਾਰਿਸ਼ 'ਚ ਖੜੀ ਹੋਵੇ। ਇਹ ਕਿੱਥੇ ਦਾ ਕਾਨੂੰਨ ਹੈ? ਕਿੱਥੇ ਦਾ? ਫਿਰ ਤੂੰ ਆਖਿਆ ਵੀ ਮੈਂ ਦੁੱਧ ਨਹੀਂ ਦੇ ਰਹੀ, ਮੈਨੂੰ ਇੰਝ ਹੋ ਗਿਆ। ਨਹੀਂ, ਜਦੋਂ ਕਿਸੇ ਕੰਮ ਦੀ ਤੂੰ ਬੇਇਹਤਿਆਤੀ ਕਰੇਗਾ ਉਦੋਂ ਤੇਰੀ ਮੈਨੂੰ ਬਿਮਾਰੀ ਪਏਗੀ, ਵਰਨਾ ਤੇਰੀ ਮੈਨੂੰ ਬਿਮਾਰੀ ਨਹੀਂ ਪਏਗੀ। ਅੱਲਾ ਲੈ ਲਵੇ ਤੇ ਉਹਦਾ ਪਤਾ ਨਹੀਂ, ਉਹ ਸਾਹ ਭਰੀਆਂ ਖੱਲਾਂ ਨੇ ਚੱਲਦਾ ਵਰਦਾ ਬੰਦਾ ਵੀ ਟੁੱਟ ਜਾਂਦਾ। ਕਿਆ ਬਾਤ ਜੀ, ਕਿਆ ਬਾਤ। ਹਾਂਜੀ, अस्सलाम वालेकुम जी। ਵਾਲੇਕੁਮ ਸਲਾਮ ਜੀ। ਯੂਸਫ ਭਾਈ ਕੀ ਹਾਲ ਹੈ? ਅਲਹਮਦੁਲਿਲਾ ਭਾਜੀ, ਸ਼ੁਕਰ। ਯੂਸਫ ਭਾਈ ਤੁਹਾਡਾ ਉਕਾੜੇ ਨਾਲ ਤਾਲੁਕ ਹੈ ਜੀ। ਤੇ ਸਾਨੂੰ ਇਹਦਾ ਦੱਸੋ ਕਿ ਜਦੋਂ ਉਕਾੜੇ ਵਾਲੀ ਸਾਈਡ ਤੋਂ ਅਸੀਂ ਮੱਝਾਂ ਲੈ ਕੇ ਆਨੇ ਆ ਇਧਰ ਸਿਆਲਕੋਟ ਵਾਲੀ ਸਾਈਡ ਤੇ ਗੁਜਰਾਂਵਾਲਾ ਵਜ਼ੀਰਾਬਾਦ ਜਿਹੜਾ ਵੀ ਇਹ ਇਲਾਕਾ ਹੈ ਸਾਡਾ ਜੀ, ਤੇ ਮੱਝਾਂ ਨੂੰ ਅਕਸਰ ਪਾਣੀ ਲਾਗ ਦਾ ਮਸਲਾ ਹੋ ਜਾਂਦਾ ਜੀ। ਉਹ ਫਿਰ ਕੀ ਕਰੀਏ ਉਹਨਾਂ ਨੂੰ ਜੀ ਮਿਰਚਾਂ ਦੇਣੀਆਂ ਚਾਹੀਦੀਆਂ, ਦੜਾ ਮਿਰਚ ਲਾ ਲਓ। ਜਿਹੜੀ ਉਹਨੇ ਕਿਹਾ ਵੀ ਜੇ ਸੱਜਰ ਮੈਂ ਹੈ ਤਾਂ ਉਹਨੂੰ ਪਾਣੀ ਚ ਰਲਾਓ, ਤੇ ਜੇ ਮੈਂ 2-4 ਮਹੀਨੇ ਸੂਈ ਹੈ ਤੇ ਉਹਨੂੰ ਤੇਲ ਚ ਰਲਾਓ, ਉਹਦੇ ਬਿਲਕੁਲ ਬਾਦੀ ਨੇੜੇ ਨਹੀਂ ਆਵੇਗੀ। ਅੱਛਾ। ਫਿਰ ਗੰਡੇ ਦਾ, ਮਿਰਚਾਂ ਦਾ, ਅਦਰਕ ਦਾ, ਇਸ ਚੀਜ਼ ਦਾ ਤੁਸੀਂ ਉਹਨੇ ਕਿਹਾ ਵੀ ਉਹਨੂੰ 8 ਦਿਨਾਂ ਦਿੱਤੀ ਰੱਖੋ, ਬਿਮਾਰੀ ਅੱਲਾ ਦੇ ਹੁਕਮ ਦੇ ਨਾਲ ਮੈਂ ਇਹਦੇ ਨੇੜੇ ਨਹੀਂ ਆਈ। ਕਿਆ ਬਾਤ, ਕਿਆ ਬਾਤ। ਠੀਕ ਨਾ ਮੈਂ ਇਹਨੂੰ ਜ਼ਹਿਰਬਾਦ ਹੋਏਗਾ, ਨਾ ਮੈਂ ਇਹਨੂੰ ਪਾਣੀ ਲੱਗੇਗਾ, ਨਾ ਕੋਈ ਕਿਸੇ ਕਿਸਮ ਦਾ, ਨਾ ਮੈਂ ਇਹਨੂੰ ਥਣ ਦੇ ਵਿੱਚ ਵਲ ਪਾਏਗਾ। ਬਿਲਕੁਲ ਉਹਨੇ ਕਿਹਾ ਵੀ ਉਹਨੂੰ ਮਸਾਲਾ ਤੁਸੀਂ ਜਦੋਂ ਮੈਂ ਇਹਨੂੰ ਬਿਮਾਰੀ ਉਦੋਂ ਸ਼ੁਰੂ ਹੁੰਦੀ ਜੇ ਜਦੋਂ ਤੁਸੀਂ ਉਹਦਾ ਧਿਆਨ ਨਹੀਂ ਕਰਦੇ ਜੇ, ਮਸਾਲਾ ਨਹੀਂ ਦਿੰਦੇ ਜੇ, ਉਸ ਤੋਂ ਬਾਅਦ ਮੈਂ ਇਹਨੂੰ ਬਿਮਾਰੀ ਥੋੜੀ ਸ਼ੁਰੂ ਹੋ ਗਈ। ਤੁਸੀਂ ਦੱਸ ਦਿਓ ਕਿ ਹਫਤੇ ਬਾਅਦ ਉਹਨੂੰ ਕਮ ਸੇ ਕਮ ਮਸਾਲਾ ਦੇਣਾ ਚਾਹੀਦਾ। ਲਾਜ਼ਮਨ ਦੇਣਾ। ਉਹ ਜਿਹੜਾ ਹਫਤੇ ਬਾਅਦ ਮਸਾਲਾ ਦੇਣਾ ਉਹ ਚ ਕੀ ਸ਼ਾਮਲ ਕਰੀਏ? ਉਹਦੇ ਜੀ ਗੰਡਾ ਸ਼ਾਮਲ ਕਰੋ, ਠੀਕ। ਹਰੀਆਂ ਮਿਰਚਾਂ ਸ਼ਾਮਲ ਕਰੋ, ਠੀਕ। ਅਦਰਕ ਸ਼ਾਮਲ ਕਰੋ, ਸਹੀ। ਜੇ ਹੋ ਸਕਦਾ ਹੈ ਤੇ ਜੀਰੀ ਸ਼ਾਮਲ ਕਰੋ, ਸੱਜਰ ਮੈਂ ਹੈ ਤੇ ਕਾਲੀਆਂ ਮਿਰਚਾਂ ਨਾਲ ਸ਼ਾਮਲ ਕਰੋ, ਮੋਟੀਆਂ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਜਨਾਬ ਇਹ ਚੀਜ਼ਾਂ ਦੇ ਦਾਦੜ ਮਿਰਚ। ਤੇ ਅੱਛਾ, ਇਹ ਵੀ ਸਾਨੂੰ ਸਾਡੇ ਨਾਜ਼ਰੀਨ ਨੂੰ ਦੱਸ ਦਿਓ ਜੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਗਨਵਾਈਆਂ ਨੇ ਇਹ ਕਿੰਨੀਆਂ ਪਾ ਲਈਏ? ਇਹ ਤੁਸੀਂ ਇੰਜ ਕਰਨਾ ਵੀ ਇੱਕ ਮੈਂ ਇਹਨੂੰ ਇੱਕ ਪਾਈਆ ਕਰ ਲੈਣਾ ਸਾਰੀਆਂ ਆਈਟਮਾਂ ਦਾ। ਜਿਹੜੀ ਮਿਰਚ ਦੜਾ ਹੈ ਨਾ ਉਹ ਥੋੜੀ ਪਾਉਣੀ ਹੈ। ਅੱਛਾ। ਇਸ ਚੀਜ਼ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਣ ਡਿਆ ਨਾ ਵੀ 8 ਦਿਨਾਂ 'ਚ ਮਸਾਲਾ ਦੇਣਾ, ਉਹਦੇ 'ਚ ਬਿਲਕੁਲ ਦੜਾ ਮਿਰਚ ਆਉਣੀ ਨਹੀਂ ਚਾਹੀਦੀ, ਉਹਦੇ 'ਚ ਹਰੀ ਮਿਰਚ ਆਉਣੀ ਚਾਹੀਦੀ। ਦੜਾ ਮਿਰਚ ਤੁਸੀਂ ਦਾਦੜ ਮਿਰਚ ਨੂੰ ਕਹਿੰਦੇ ਹੋ? ਦਾਦੜ ਮਿਰਚ ਨੂੰ ਕਹਿੰਦੇ ਹੋ। ਉਹ ਉਦੋਂ ਦੇਣੀ ਚਾਹੀਦੀ ਜਦੋਂ ਮੈਂ ਦਾ ਉਹਨੇ ਕਿਹਾ ਵੀ ਥਣ ਖਰਾਬ ਹੋਵੇ ਜਾਂ ਮੈਂ ਇਹਨੂੰ ਕੋਈ ਓਵਰ ਟਾਈਮ ਤੋਂ ਮਸਲਾ ਕਿ ਕੋਈ 2 ਮਹੀਨੇ ਤੋਂ 3 ਮਹੀਨੇ ਤੋਂ ਟੱਪ ਗਈ ਹੈ, ਮੈਂ ਦਾਦੜ ਮਿਰਚ ਉਦੋਂ ਦੇਣੀ ਹੈ। ਪਹਿਲਾਂ ਤੁਸੀਂ ਹਰੀ ਮਿਰਚ ਦਾ ਰੱਖਣਾ ਹੈ। ਜਿਹੜਾ 8 ਦਿਨਾਂ 'ਚ ਦੇਣਾ ਮਸਾਲਾ ਉਹ ਹਰੀ ਮਿਰਚ ਹੋਣੀ ਚਾਹੀਦੀ ਤੁਹਾਡੀ, ਅਦਰਕ ਲਾਉਣੀ ਚਾਹੀਦੀ ਹੈ, ਪਿਆਜ਼ ਹੋਣਾ ਚਾਹੀਦਾ ਹੈ, ਵਿੱਚ ਹੋ ਸਕਦਾ ਤੇ ਮੋਟੀਆਂ ਮਿਰਚਾਂ ਪਾ ਲਓ। ਇਹ ਜਿਹੜੀਆਂ ਆਪਾਂ ਦੇਗਾਂ 'ਚ ਪਾਉਂਦੇ ਆ ਉਹਦੇ ਨਾਲ ਮੈਂ ਇਹਦੀ ਬਾਦੀ ਬੁੱਧੀ ਜਿਹੜੀ ਨਾ ਉਹ ਖਤਮ ਕਰ ਦੇਗੀ। ਮੈਂ ਉਹਦੇ ਨਾਲ ਪੂਰਾ ਰੱਜ ਕੇ ਪੱਠਾ ਖਾਏਗੀ। ਜਦੋਂ ਮੈਂ ਰੱਜ ਕੇ ਪੱਠਾ ਖਾਏਗੀ, ਜਿੱਥੇ ਉਹਨੇ 2 ਸਿਰ ਦੇਣਾ ਉੱਥੇ ਮੈਂ ਉਹ 4 ਸਿਰ ਦੁੱਧ ਦੇਵੇਗੀ। ਸਹੀ ਹੋ ਗਿਆ ਜੀ। ਯਾਨੀ ਉਹ ਪੱਠੇ ਦਾ ਖਰਚਾ ਪੂਰਾ ਕਰੇਗੀ ਔਰ ਨਾਲ ਮਾਲਕ ਨੂੰ ਵੀ ਕਮਾ ਕੇ ਦੇਵੇਗੀ। ਜੀ, ਕਮਾ ਕੇ ਦੇਵੇਗੀ। ਤੁਹਾਨੂੰ ਦੱਸਿਆ ਵੀ 2 ਹਿੱਸੇ ਉਹਨੇ ਕਿਹਾ ਜੇ ਪੂਰਾ ਬੰਦਾ ਹੋਵੇ ਤਾਂ 2 ਹਿੱਸੇ ਬਚੇਗਾ, ਤੇ ਜੇ ਪੂਰਾ ਧਿਆਨ ਨਹੀਂ ਕਰੇਗਾ ਤਾਂ ਫਿਰ 1 ਹਿੱਸਾ ਬਚੇਗਾ, ਅੱਧ ਬਚੇਗਾ ਤੇ ਅੱਧ ਖਾਵੇਗੀ। ਕਿਆ ਬਾਤ ਹੈ। ਯਾਨੀ ਅਗਰ ਬੰਦੇ ਦਾ ਪੁੱਤਰ ਹੋਏ ਤਾਂ ਫਿਰ 2 ਹਿੱਸੇ ਤੇ ਜੇ 2 ਹਿੱਸੇ ਬੰਦੇ ਦੇ ਤੇ 1 ਹਿੱਸਾ ਮੱਝ ਦਾ, 1 ਹਿੱਸਾ ਮੱਝ ਦਾ। ਤੇ ਜੇ ਉਹਦੀ ਸੇਵਾ ਨਾ ਕੀਤੀ ਜਾਏ ਤੇ ਫਿਰ ਤੁਸੀਂ ਅੱਧ ਇਹ ਹੋ ਸਕਦਾ ਵੀ ਤੁਸੀਂ ਜਿਹੜੇ ਕੋਲੋਂ ਲਾਏ ਨੇ ਇਹ ਵੀ ਤੁਹਾਡੇ ਜਾਂਦੇ ਰਹਿਣ। ਠੀਕ। ਯਾਨੀ ਇਹ ਸੇਵਾ ਦੇ ਸਿਰ ਤੇ ਮੇਵਾ ਹੈ ਜੀ। ਜਿੰਨੀ ਸੇਵਾ ਕਰੋਗੇ ਉਹਨਾਂ ਅੱਲਾਹ ਪਾਕ ਮੇਵਾ ਦੇਵੇਗਾ। ਠੀਕ ਹੋ ਗਿਆ। ਫਿਰ ਗਰਮੀ ਹੈ ਤੇ ਤੁਸੀਂ ਉਹਦਾ ਪਾਣੀ ਦਾ, ਨਵਾਉਣ ਦਾ
ਦੇਖਭਾਲ ਇਹਦੀ ਵੀ ਤੁਸੀਂ ਪੂਰੀ ਅੱਛਾ, ਅੱਜ ਕੱਲ੍ਹ ਹੁਣ ਸਰਦੀ ਦਾ ਮੌਸਮ ਹੈ ਤੇ ਜਾਂਦੀ ਸਰਦੀ ਬੜੀ ਲੱਗਦੀ ਹੈ ਜੀ। ਕਹਿੰਦੇ ਨੇ ਆਉਂਦੀ ਸਰਦੀ ਕੋਲ ਤੇ ਜਾਂਦੀ ਸਰਦੀ ਕੋਲ ਬਚਣਾ ਚਾਹੀਦਾ ਜੀ। ਤੇ ਜਾਨਵਰਾਂ ਨਾਲ ਵੀ ਇਹੀ ਸਿਸਟਮ ਹੈ? ਬਿਲਕੁਲ ਇਹੀ ਸਿਸਟਮ ਹੈ। ਜਾਨਵਰ ਵੀ ਇੱਕ ਜਾਨਦਾਰ ਚੀਜ਼ ਹੈ। ਜੀ ਜੀ ਬਿਲਕੁਲ ਬਿਲਕੁਲ। ਇਹ ਜਾਨਵਰ ਇਹ ਵੀ ਇਹਨੂੰ ਠੰਡ ਵੀ ਲੱਗਦੀ ਹੈ, ਗਰਮੀ ਵੀ ਲੱਗਦੀ ਹੈ, ਸਰਦੀ ਵੀ ਲੱਗਦੀ ਹੈ। ਇਹਦਾ ਪੂਰਾ ਧਿਆਨ ਕਰਨਾ ਪੈਂਦਾ। ਠੀਕ ਹੋ ਗਿਆ। ਤੇ ਹੁਣ ਇਹ ਸਰਦੀ ਤੋਂ ਜਾਂਦੀ ਸਰਦੀ ਤੋਂ ਜਾਂ ਫਿਰ ਜਿਹੜੀ ਸਰਦੀ ਪੈ ਰਹੀ ਹੈ ਤੋਂ ਨਸ਼ੁੰਦਾ ਨਹੀਂ ਆਉਂ ਜਿਹੜਾ ਕੋਈ ਮੌਸਮ ਠੰਡਾ ਹੈ, ਠੰਡੀ ਹਵਾ ਹੈ ਜੀ, ਇਹਦੇ ਤੋਂ ਬਚਾਉਣ ਲਈ ਕੀ ਕਰੀਏ ਜਾਨਵਰ? ਇਹਦੇ ਵਾਸਤੇ ਗੁੜ ਤੁਸੀਂ ਲਾਜ਼ਮਨ ਇਸਤੇਮਾਲ ਕਰੋ। ਅੱਛਾ। ਮੈਂ ਗੁੜ ਦਿਓ, ਗੁੜ ਦੇ ਵਿੱਚ ਗੰਢੇ ਥੋੜੇ ਜਿਹੇ ਪਾ ਲਓ, ਪਾਈਆ ਡੇਢ। ਠੀਕ ਹੈ। ਕਿਲੋ ਗੁੜ ਦਾ ਦਿਓ। ਕਿਲੋ ਗੁੜ ਤੇ ਇੱਕ ਪਾ ਗੰਢੇ ਯਾਨੀ ਪਿਆਜ਼ ਯਾਨੀ ਕਿ ਉਹ ਤੁਸੀਂ ਦੇਈ ਜਾਓਗੇ। ਅੱਛਾ। ਮੈਂ ਇਹਨੂੰ ਤੇ ਉਹਦੇ ਨੇ ਕਿਸ ਤਰ੍ਹਾਂ ਨੇ ਇਹਨਾਂ ਨੂੰ ਇੱਕ ਚੀਜ਼ ਕਰ ਲੈਣਾ। ਅੱਛਾ। ਗੁੜ ਨੂੰ ਤੇ ਗੰਢੇ ਨੂੰ ਤੇ ਵਿੱਚ ਕੋਈ ਥੋੜੀਆਂ ਜੀਆਂ ਕੋਈ ਅੱਧੇ ਪਾ ਥੋੜੀਆਂ ਜੀਆਂ ਮਿਰਚਾਂ ਲੈ ਲੈਣੀਆਂ ਨੇ ਤਾਂ ਕਿ ਮੈਂ ਦਾ ਮਿਹਦਾ ਜਿਹੜਾ ਨਾ ਉਹ ਖੁੱਲਦਾ ਰਵੇ, ਮੈਂ ਦਾ ਮਿਹਦਾ ਪੂਰਾ ਸੈੱਟ ਹੋਵੇ। ਸਹੀ ਹੈ। ਤੇ ਤੁਸੀਂ ਇਹ ਦਿੱਤੀ ਰੱਖੋ ਅੱਲਾ ਦੇ ਹੁਕਮ ਦੇ ਨਾਲ। ਉਹਨੇ ਕਿਹਾ ਵੀ ਠੀਕ ਹੈ। ਮੱਝਾਂ ਸਰਦੀ ਦੇ ਵਿੱਚ ਪਾਣੀ ਘੱਟ ਪੀਂਦੀਆਂ ਨੇ ਜਾਂ ਜਿੰਨਾ ਉਹਨੂੰ ਚਾਹੀਦਾ ਹੁੰਦਾ ਉਨੀਆਂ ਪੀ ਲੈਂਦੀਆਂ ਨੇ? ਨਹੀਂ ਜੀ, ਘੱਟ ਪੀਂਦੀਆਂ। ਤੇ ਉਹਦਾ ਫਿਰ ਘੱਟ ਪੀਣ ਦਾ ਕੋਈ ਨੁਕਸਾਨ ਵੀ ਹੈ? ਨਹੀਂ ਜੀ, ਘੱਟ ਪੀਣ ਦਾ ਨੁਕਸਾਨ ਕੋਈ ਨਹੀਂ। ਅੱਛਾ। ਜੇ ਮਸਾਲਾ ਦਿਓਗੇ ਤੇ ਪੂਰਾ ਫਾਇਦਾ, ਪੂਰਾ ਮੈਂ ਪਾਣੀ ਵੀ ਪੀਵੇਗੀ। ਤੇ ਜੇ ਮਸਾਲਾ ਨਹੀਂ ਦਿਓਗੇ ਤੇ ਮੈਂ ਬਿਲਕੁਲ ਘੱਟ ਪਾਣੀ ਪੀਵੇਗੀ। ਠੀਕ ਹੋ ਗਿਆ। ਪੀਵੇਗੀ ਐਵੇਂ 2 ਘੁੱਟ ਲਾਵੇਗੀ, ਟੁਰ ਜਾਵੇਗੀ, 2 ਘੁੱਟ ਲਾਵੇਗੀ। ਜੇ ਤੁਸੀਂ ਪੂਰਾ ਡੰਗਰ ਨੂੰ ਤਾੜਿਆ ਹੋਇਆ ਤੇ ਉਹ ਅੱਲਾ ਦੇ ਹੁਕਮ ਦੇ ਨਾਲ ਪਾਣੀ ਵੀ ਰੱਜ ਕੇ ਪੀਵੇਗਾ, ਪੱਠੇ ਵੀ ਰੱਜ ਕੇ ਖਾਵੇਗਾ, ਵੰਡ ਵੀ ਰੱਜ ਕੇ ਖਾਵੇਗਾ। ਤੇ ਜਦੋਂ ਵੇਖੋਗੇ ਤੁਸੀਂ ਆਓਗੇ ਤੁਹਾਨੂੰ ਹੁਸਨ ਚੜੇਗਾ ਮੈਂ ਦੇ ਉੱਤੇ ਖੜਿਆਂ ਨੂੰ, ਯਾਰ ਮਾਸ਼ਾਅੱਲਾ ਮੈਂ ਸਾਡੀ। ਉਹਨੇ ਕਿਹਾ ਵੀ ਇਹਨਾਂ ਦੁੱਧ ਵੀ ਦੇ ਰਹੀ ਹੈ ਤੇ ਫਿਰ ਇੰਨੀ ਸੌਖੀ ਹੋਈ ਜਾ ਰਹੀ ਹੈ। ਠੀਕ ਹੋ ਗਿਆ। ਅੱਛਾ, ਇੱਕ ਹੋਰ ਬੜਾ ਅਹਿਮ ਮਸਲਾ ਜੇ ਕਿ ਅੱਜ ਕੱਲ ਲੋਕ ਪਰਾਲੀ ਪਾਉਂਦੇ ਨੇ ਸਰਦੀ 'ਚ ਜੀ। ਪਰਾਲੀ ਜਿਹੜੀ ਹੈ ਉਹਨੂੰ ਬੜੀ ਜਲਦੀ ਜਦੋਂ ਤਰੇਲ ਪੈਂਦੀ ਹੈ ਜਾਂ ਬਦਲ ਪੈਂਦਾ ਹੈ ਤੇ ਵਿੱਚੋਂ ਕਾਲੀ ਹੋ ਜਾਂਦੀ ਹੈ, ਉੱਲੀ ਲੱਗ ਜਾਂਦੀ ਹੈ ਜੀ। ਹੁਣ ਇੱਕ ਤੀਲਾ ਫੋਲ ਕੇ ਤੇ ਪਾਣ ਤੋਂ ਬੰਦਾ ਰਿਹਾ ਨਹੀਂ ਜੀ। ਜਦੋਂ ਲੋਕ ਉਹਦੇ ਅੱਗੇ ਇੰਝ ਸੁੱਟ ਛੱਡਦੇ ਨੇ ਜਾਨਵਰਾਂ ਅੱਗੇ ਜਾਂ ਕੁੱਤਰ ਕੇ ਬਾਅਦ ਕੋ ਸਿੱਧੀ ਸੁੱਟ ਛੱਡਦੇ ਨੇ ਤੇ ਉਹ ਗੰਦੀ ਪਰਾਲੀ ਖਾ ਕੇ ਜਾਨਵਰ ਜਦੋਂ ਬਿਮਾਰ ਹੋ ਜਾਂਦੇ ਨੇ ਜੀ, ਲਗਾਤਾਰ ਉਹਨੂੰ ਪਾਣੀ ਵੀ ਪੈਂਦੀ ਹੈ ਔਰ ਜ਼ਾਹਰ ਬਿਮਾਰ ਵੀ ਹੁੰਦੇ ਨੇ। ਉਹਦਾ ਫਿਰ ਕੀ ਹੱਲ ਕਰੀਏ ਅਸੀਂ? ਇਹਦਾ ਹੱਲ ਇਹ ਜੇ ਮਰਚ ਦੜਾ। ਅੱਛਾ, ਯਾਨੀ ਦਾਦੜ ਮਰਚ। ਠੀਕ ਹੈ। ਇਹ ਉਹਦਾ ਹੱਲ ਜੇ। ਤੇ ਫਿਲਹਾਲ ਤੇ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ, ਜਿਹੜਾ ਨਾ ਜਾਨਵਰ ਨਾਲ ਜ਼ਿਆਦਤੀ ਹੋਣੀ ਨਹੀਂ ਚਾਹੀਦੀ। ਯਾਨੀ ਕਿ ਜਿਹੜਾ ਬਹੁਤਾ ਖਰਾਬ ਹੈ ਉਹ ਵੇਖ ਲਿਆ ਜਾਏ। ਹਾਂ, ਥੋੜਾ ਬਹੁਤਾ ਜਿਹੜਾ ਨਹੀਂ ਨਜ਼ਰ ਚ ਆਉਂਦਾ ਉਹਦੀ ਹੈ। ਹਾਂਜੀ, ਜਿਹੜਾ ਨਹੀਂ ਨਜ਼ਰ ਚ ਆਉਂਦਾ ਉਹਦੀ ਦੀ ਖੈਰ ਹੈ। ਲੇਕਿਨ ਇਹਦਾ ਧਿਆਨ ਐਵੇਂ ਕਰਨਾ ਵੀ ਤੁਸੀਂ ਰੋਟੀ ਖਾਂਦੇ ਹੋ ਤੇ ਤੁਸੀਂ ਆਪਣੀ ਰੋਟੀ, ਉਹਨੇ ਕਿਹਾ ਵੀ ਕਿੱਡੀ ਧਿਆਨ ਨਾਲ ਤੇ ਕਿੱਡੇ ਸ਼ੌਕ ਨਾਲ ਵਿੱਚ ਕੱਖ ਆ ਜਾਵੇ ਤੁਸੀਂ ਚੁੱਕ ਕੇ ਤੇ ਪਰਾਂ ਰੱਖ ਦਿੰਦੇ ਹੋ। ਬਿਲਕੁਲ, ਇੱਕ ਦਾਣਾ ਵੇਖ ਕੇ। ਇੱਕ ਦਾਣਾ। ਇਹ ਇਸ ਤਰ੍ਹਾਂ ਇਹ ਵੀ ਜਾਨਵਰ ਹੈ, ਇਹ ਵੀ ਹਰ ਚੀਜ਼ ਮੰਗਦਾ, ਹਰ ਚੀਜ਼ ਸੁਣਦਾ ਹੈ, ਹਰ ਚੀਜ਼ ਵੇਖਦਾ ਹੈ, ਦੁੱਧ ਦੇ ਰਿਹਾ ਹੈ, ਜਾਨਦਾਰ ਚੀਜ਼ ਹੈ। ਇਹਦਾ ਬਹੁਤ ਧਿਆਨ ਕਰਨਾ ਪੈਂਦਾ। ਧਿਆਨ ਕਰੋਗੇ ਤੇ ਉਹਨੇ ਤੁਹਾਨੂੰ 100 ਦੀ ਇੱਕ ਹੀ ਕੀਤੀ ਹੈ ਵੀ ਜਿੰਨਾ ਸੇਵਾ ਓਨਾ ਮੇਵਾ। ਠੀਕ ਹੋ ਗਿਆ। ਜਿੰਨਾ ਪਾਓ ਓਨਾ ਖਾਓ। ਅੱਛਾ ਯੂਸਫ ਭਈਆ, ਦੱਸੋ ਕਿ ਇਸ ਤੋਂ ਇਲਾਵਾ ਜਿਹੜਾ ਥਣਾ ਦਾ ਮਸਾਇਲ ਨੇ, ਤੁਸੀਂ ਤੇ ਕਹਿ ਰਹੇ ਕਿ ਤੁਸੀਂ ਬਚਪਨ ਤੋਂ ਹੀ ਤੁਹਾਡੇ ਦਾਦਾ ਵੀ ਆਪਣੇ ਪਰਦਾਦਾ ਵੀ ਉਹਨਾਂ ਤੋਂ ਨਸਲ ਦਰ ਨਸਲ ਤੁਸੀਂ ਆ ਰਹੇ ਹੋ ਔਰ ਜ਼ਾਹਰ ਹੈ ਵੱਡਿਆਂ ਕੋਲ ਨੁਸਖੇ ਤੋਂ ਸਿੱਖੇ ਹੋਣਗੇ। ਬਿਲਕੁਲ ਜੀ। ਥਣ ਦੇ ਮਸਾਇਲ ਸਭ ਤੋਂ ਪਹਿਲਾਂ ਦੱਸੋ ਕਿ ਕਿਉਂ ਹੁੰਦੇ ਨੇ ਪਏ? ਥਣ ਦੇ ਜੀ, ਜਦੋਂ ਡੰਗਰ ਨੂੰ ਬਾਦੀ ਹੁੰਦੀ ਉਦੋਂ ਥਣ ਦਾ ਮਸਾਇਲ ਹੁੰਦਾ ਜੀ। ਬਾਦੀ ਨਾਲ ਹੁੰਦੇ ਨੇ ਜੀ। ਪਾਣੀ ਨਹੀਂ ਲੱਗਿਆ ਮੈਂ ਇਹਨੂੰ, ਪਾਣੀ ਲਾਗ ਹੁੰਦਾ ਜੇ, ਇਹ ਵੀ ਬਾਦੀ ਦਾ ਨੁਕਸ ਹੈ। ਠੀਕ ਹੈ। ਜਿੰਨੀਆਂ ਮੈਂ ਇਹਨੂੰ ਬਿਮਾਰੀਆਂ ਜੇ ਸਾਰੀਆਂ ਬਾਦੀ ਤੋਂ ਸ਼ੁਰੂ ਹੁੰਦੀਆਂ ਜੇ। ਚਲੋ ਫਿਰ ਬਾਦੀ ਨੂੰ ਪਹਿਲੇ ਕਲੀਅਰ ਕਰਨੇ ਆ, ਬਾਦੀ ਕੀ ਚੀਜ਼ ਹੈ? ਬਾਦੀ ਇਹ ਚੀਜ਼ ਹੈ ਜਿਵੇਂ ਤੁਸੀਂ ਦੱਸਣ ਡਏ ਵੀ ਪਰਾਲੀ ਪਾ ਦਿੱਤੀ, ਇਹਦੇ ਵਿੱਚ ਉਹਨੇ ਕਿਹਾ ਵੀ ਗਿੱਲੀ ਵੀ ਹੈ, ਸੁੱਕੀ ਵੀ ਹੈ, ਤਰੇਲ ਵਾਲੀ ਵੀ ਹੈ, ਬਰੀ ਹੋਈ ਵੀ ਹੈ, ਸਾਫ਼ ਵੀ ਹੈ। ਉਹ ਡੰਗਰ ਖਾਏਗਾ, ਤੁਹਾਨੂੰ ਦੀ ਮਹਿਸੂਸ ਹੋਏਗਾ ਡੰਗਰ ਤੇ ਆਪਣਾ ਪੇਟ ਭਰਨਾ ਹੀ ਭਰਨਾ, ਭਾਵੇਂ ਉਹਨੂੰ ਜੋ ਵੀ ਸੁੱਟਦੇ ਉਹਨੇ ਖਾ ਜਾਣਾ। ਉਸ ਦੇ ਨਾਲ ਬਿਮਾਰੀਆਂ ਸ਼ੁਰੂ ਹੋ ਜਾਣਗੀਆਂ। ਤੂੜੀ ਪਾਓਗੇ ਤੇ ਤੂੜੀ ਦੇ ਵਿੱਚ ਤੁਸੀਂ ਨਹੀਂ ਦੇਖਣਾ ਵੀ ਤੂੜੀ ਦੇ ਵਿੱਚ ਉਹਨੇ ਕਿਹਾ ਵੀ ਗੰਦੀ ਤੂੜੀ ਆ ਰਹੀ ਹੈ, ਚੰਗੀ ਆ ਰਹੀ ਹੈ, ਵਿੱਚ ਮਿੱਟੀ ਆ ਰਹੀ ਹੈ। ਇਹ ਚੀਜ਼ ਦਾ ਤੁਸੀਂ ਧਿਆਨ ਨਹੀਂ ਕਰਨਾ। ਮੈਂ ਤਾਂ ਜਦੋਂ ਅੰਦਰ ਜਾਣੀ ਹੈ ਮੈਂ ਬਿਲਕੁਲ ਬਿਮਾਰ ਹੋਣਾ। ਠੀਕ ਹੋ ਗਿਆ। ਇਹਦੀ ਇਤਿਹਾਸ ਜ਼ਰੂਰੀ ਹੈ ਵੀ ਪਹਿਲਾਂ ਸਾਫ਼ ਸੁਥਰਾ ਪੱਠਾ ਹੋਣਾ ਚਾਹੀਦਾ ਤੇ ਸਾਫ਼ ਸੁਥਰੀ ਤੂੜੀ ਹੋਣੀ ਚਾਹੀਦੀ। ਤੁਹਾਨੂੰ ਇਹਦੀ ਮਿਸਾਲ ਐਵੇਂ ਜੇ ਵੀ ਜਿਵੇਂ ਸਜਾਏ ਬੱਚੇ ਵਾਲਾ ਹਿਸਾਬ ਜੇ, ਵੀ ਜਿਵੇਂ ਇੱਕ ਬੱਚਾ ਨਹੀਂ ਆਪਾਂ ਸਜਾਇਆ ਹੋਈ ਆਨੇ ਵੀ ਠੰਡ ਲੱਗ ਗਈ, ਇਹਨੂੰ ਠੰਡ ਲੱਗ ਗਈ, ਠੀਕ ਉਹ ਹਿਸਾਬ ਜੇ। ਇਹਦਾ ਡੰਗਰ ਨੂੰ ਵੀ ਪੂਰਾ ਧਿਆਨ ਦਿਓ ਨਾ ਤੇ ਕਰਮਾਂ ਵਾਲੀਆਂ ਰਜਾ ਛੱਡਦੀਆਂ ਜੀ, ਇਹ ਘਾਟਾ ਨਹੀਂ ਜੇ ਦਿੰਦੀਆਂ। ਵਾਹ, ਕੀ ਬਾਤ। ਤੇ ਥਣ ਦਾ ਅਗਰ ਮਸਲਾ ਹੋ ਹੀ ਜਾਂਦਾ ਜੀ, ਉਹਦਾ ਫਿਰ ਕੀ ਇਲਾਜ ਕਰੀਏ? ਉਹਦਾ ਇਲਾਜ ਦਾਦੀ ਮਰਚ ਹੈ ਜੀ। ਅੱਛਾ, ਜਿਹੜੀ ਸਾਡੇ ਜੱਦੀ ਪੁਸ਼ਤੀ ਤੋਂ ਰੱਖ ਕੇ ਉਹਨੇ ਕਿਹਾ ਵੀ ਸਾਡੇ ਵੱਡੇ ਇਸਤੇਮਾਲ ਕਰਦੇ ਆ ਰਹੇ ਨੇ। ਕਿਸ ਤਰ੍ਹਾਂ ਦਈਏ ਦਾਦਰ ਮਰਚ, ਕਿੰਨੀ ਕੁ ਦਈਏ? ਜੇ ਤੁਸੀਂ ਮੈਂ ਨਾ ਸੱਜਰ ਤੇ ਉਹਨੂੰ ਅੱਧ ਪਾ ਦਿਓ ਸੱਜਰ ਮੈਂ ਨੂੰ, ਤੇ ਜੇ ਮੈਂ ਤੁਹਾਡੀ 2 ਮਹੀਨਿਆਂ ਤੋਂ ਉੱਤੇ ਨੰਗੀ ਹੋਈ ਹੈ ਫਿਰ ਉਹਨੂੰ ਤੁਸੀਂ ਪਾਈਆ ਦੇ ਲਓ, ਤੇਲ ਦੇ ਵਿੱਚ ਰਲਾ ਕੇ ਦਿਓ ਵੀ ਤੇਲ ਦੇ ਵਿੱਚ ਪੂਰੀ ਗੱਚ ਕੀਤੀ ਜਾਵੇ, ਤੇਲ ਦੇ ਵਿੱਚ ਪੂਰੀ ਭਰੀ ਜਾਵੇ ਤਾਂ ਕਿ ਅੰਦਰ ਜਾਵੇ, ਅੰਦਰ ਸਾੜ ਨਾ ਪਾਵੇ, ਮੈਨੂੰ ਤਕਲੀਫ ਨਾ ਹੋਵੇ। ਠੀਕ ਹੋ ਗਿਆ। ਇਹ ਜੇ ਨੁਕਸ ਜਿਹੜਾ ਸਾਡੇ ਤੋਂ ਵੱਡਿਆਂ ਤੋਂ ਰੱਖ ਕੇ ਤੋਂ ਉਹਨੇ ਕਿਹਾ ਵੀ ਆ ਰਿਹਾ। ਪਰ ਅਲਹਮਦੁਲਿਲਾ ਉਸ ਜ਼ਾਤ ਦਾ ਲੱਖ ਲੱਖ ਸ਼ੁਕਰ ਹੈ। ਮੇਰੇ ਬਾਪ ਨੇ ਵਪਾਰ ਕੀਤਾ, ਪਿਓ ਨੇ ਕੀਤਾ, ਦਾਦੇ ਨੇ ਕੀਤਾ, ਪੜਦਾਦੇ ਨੇ ਕੀਤਾ, ਯਾਨੀ ਕਿ 7 ਨਸਲਾਂ 'ਚ ਸਾਡਾ ਕੰਮ ਆ ਰਿਹਾ ਹੈ। ਠੀਕ ਹੈ।
ਤੇ ਸਾਡਾ ਇਹੋ ਜਿਹਾ ਅਸੀਂ ਇhtiyat ਬਿਲਕੁਲ ਆਪਣੀ ਜਿਹੜੀ ਪੂਰਾ ਹੈ ਨਾ ਟਾਈਮ ਹੀ ਨਹੀਂ ਦਿੱਤਾ ਮੈਂ ਇਹਨੂੰ। ਉਹਨੇ ਕਿਹਾ ਵੀ ਜੀ ਇਹਨੂੰ ਅੱਲਾਹ ਪਾਕ ਉਹਨੇ ਕਿਹਾ ਵੀ ਰੱਬ ਵੱਲੋਂ ਲੈ ਜਾਵੇ ਤਾਂ ਪਤਾ ਨਹੀਂ, ਲੇਕਿਨ ਸਾਡੇ ਕੋਲ ਅੱਲਾਹ ਪਾਕ ਦਾ ਸ਼ੁਕਰ ਹੈ ਵੀ ਅਸਾਂ ਪੂਰਾ ਧਿਆਨ ਦਿੱਤਾ। ਮੈਂ ਇਹਨੂੰ ਮਸਾਲਾ ਵੀ ਟਾਈਮ ਤੇ ਦਿੱਤਾ, ਮੈਂ ਇਹਨੂੰ ਵੰਡ ਵੀ ਪੂਰਾ ਦਿੱਤਾ, ਮੈਂ ਇਹਨੂੰ ਪੱਠਾ ਵੀ ਪੂਰਾ ਦਿੱਤਾ, ਤੇ ਮੈਂ ਇਹਦੀ ਤੂੜੀ ਵੀ ਪਾਈ ਤੋਂ ਵੀ ਬਿਲਕੁਲ ਉਹਨੇ ਕਿਹਾ ਵੀ ਦੇਖਭਾਲ ਕਰਕੇ ਪੂਰੀ ਛਾਣਬੀਣ ਕਰਕੇ ਕੀਤਾ। ਅਲਹਮਦੁਲਿਲਾ ਉਹ ਇਵੇਂ ਹੀ ਹੈ ਵੀ ਜਿਵੇਂ ਇੱਕ ਵਪਾਰ ਦਾ ਸਾਡੇ ਜ਼ਿਹਨ ਦੇ ਵਿੱਚ ਆਇਆ ਕੰਮ, ਇਵੇਂ ਸਾਡੀ ਨਸਲ ਦੇ ਵਿੱਚ ਇਹ ਵੀ ਕੰਮ ਆਇਆ ਹੋਇਆ ਜੀ ਵੀ ਮੈਂ ਇਹਦੀ ਦੇਖਭਾਲ ਜਿਹੜੀ ਨੇ ਪੂਰੀ। ਠੀਕ ਹੋ ਗਿਆ। ਅੱਛਾ, ਇਸ ਤੋਂ ਇਲਾਵਾ ਤੁਹਾਡੀ ਨਜ਼ਰ 'ਚ ਕਿਹੜੀਆਂ ਹੋਰ ਆਮ ਬਿਮਾਰੀਆਂ ਲੱਗਦੀਆਂ ਨੇ ਔਰ ਤੁਸੀਂ ਉਹਨਾਂ ਦਾ ਇਲਾਜ ਦੱਸ ਸਕਦੇ ਹੋ? ਜੀ ਬਿਮਾਰੀ ਇਲਾਜ ਜੀ ਸਾਰੀਆਂ ਬਿਮਾਰੀਆਂ ਦੀ ਜੜ ਜੇ ਮੈਂ ਦੀ ਜਿਹੜੀ ਨਾ ਸਾੜੂ ਪੈ ਗਿਆ, ਮੈਂ ਦਾ ਉਹਨੇ ਕਿਹਾ ਵੀ ਗਾਲੀ ਨਾ ਕੀਤੀ, ਇਹ ਸਾਰੀਆਂ ਚੀਜ਼ਾਂ ਉਦੋਂ ਆਉਂਦੀਆਂ ਜੇ ਮੈਂ ਤੇ ਜਦੋਂ ਤੁਸੀਂ ਉਹਦਾ ਮੈਂ ਦਾ ਪੂਰਾ ਦੇਖਭਾਲ ਨਹੀਂ ਕਰਦੇ ਜੇ, ਮੈਂ ਇਹਨੂੰ ਮਸਾਲਾ ਨਹੀਂ ਜੇ ਦਿੰਦੇ, ਮੈਂ ਇਹਨੂੰ ਉਹਨੇ ਕਿਹਾ ਵੀ ਪੂਰੇ ਟਾਈਮ ਤੇ ਉਹਨੇ ਕਿਹਾ ਵੀ ਪੱਠਾ ਨਹੀਂ ਲੱਭਣਾ, ਮੈਂ ਇਹਨੂੰ ਗੰਦਾ ਪੰਦਾ ਜੋ ਵੀ ਚਾਹਿਆ ਉਹਨੇ ਕਿਹਾ ਵੀ ਅੱਗੇ ਸੁੱਟ ਦਿੱਤਾ, ਜਾਂ ਗੰਦਾ ਪਾਣੀ ਪਿਲਾਉਣ ਨਾਲ ਜੋ ਵੀ ਕਰੋ ਸਾਫ ਸੁਥਰਾ ਕਰੋ, ਸੋਹਣਾ ਕਰੋ। ਮੈਂ ਇਹਨੂੰ ਅੱਲਾ ਦੇ ਹੁਕਮ ਦੇ ਨਾਲ ਬਿਮਾਰੀ ਨਹੀਂ ਪਾਏਗੀ। ਸਹੀ ਹੈ। ਬਿਮਾਰੀ ਉਦੋਂ ਹੀ ਪਏਗੀ ਜਦੋਂ ਤੁਸੀਂ ਆਪ ਮੂੰਹ ਪਿਛਾ ਫੇਰੋਗੇ, ਉਦੋਂ ਮੈਨੂੰ ਬਿਮਾਰੀ ਸ਼ੁਰੂ ਹੋ ਜਾਵੇਗੀ, ਅੱਲਾ ਦੀ ਤਰਫੋਂ ਸ਼ੁਰੂ ਹੋ ਜਾਵੇਗੀ। ਠੀਕ ਹੋ ਗਿਆ। ਜੇ ਤੁਸੀਂ ਆਪ ਉੱਤੇ ਚੜ੍ਹ ਕੇ ਰਹੋਗੇ ਤਾਂ ਅੱਲਾ ਦੇ ਹੁਕਮ ਦੇ ਨਾਲ ਮੈਂ ਦੀ ਪੂਰੀਆਂ 7 ਨਸਲਾਂ ਚੱਲ ਜਾਂਦੀਆਂ ਨੇ ਮੈਂ ਦੀਆਂ। ਅੱਲਾ ਦੀ ਲੈ ਜਾਵੇ ਮੈਨੂੰ, ਤੁਸੀਂ ਵੇਖੋ ਅਟੈਕ ਹੋ ਜਾਂਦਾ, ਕੋਈ ਇਲਾਜ ਹੈ? ਵੱਡੇ ਵੱਡੇ ਡਾਕਟਰ ਨੇ ਉਹਨੇ ਕਿਹਾ ਵੀ ਭਾਵੇਂ ਉਹਨੇ ਕਿਹਾ ਵੀ ਜਿੱਡੇ ਵੀ ਵੱਡੇ ਡਾਕਟਰ ਨੇ, ਲੇਕਿਨ ਕੁਛ ਨਹੀਂ ਕਰ ਸਕਦੇ। ਮੈਨੂੰ ਬਿਮਾਰੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਉਹਦਾ ਧਿਆਨ ਨਹੀਂ ਕਰਦੇ। ਜਦੋਂ ਤੁਸੀਂ ਧਿਆਨ ਕਰਨਾ ਅੱਲਾ ਦੇ ਹੁਕਮ ਦੇ ਨਾਲ, ਉਹਦੇ ਨਾਲ ਬਿਮਾਰੀ ਨੇੜੇ ਵੀ ਨਹੀਂ ਆਉਣੀ। ਜੇ ਕੋਈ ਮਾੜੀ ਮੋਟੀ ਆਉਣੀ ਵੀ ਹੈ ਤਾਂ ਜਿਹੜਾ ਤੁਸੀਂ 8 ਦਿਨਾਂ ਬਾਅਦ ਮਸਾਲਾ ਦੇਣਾ ਉਹਨੇ ਖਤਮ ਕਰ ਦੇਣਾ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਦੁੱਧ ਅਗਰ ਵਧਾਉਣਾ ਹੈ ਤੇ ਦੁੱਧ ਵਧਾਉਣਾ ਹੈ ਤੇ ਵੰਡ ਜੀ ਜਿੱਥੇ ਤੁਸੀਂ 2 ਸਿਰ ਦਿੰਦੇ ਜੇ ਇੱਥੇ 3 ਸਿਰ ਦਿਓ, ਤੇ ਵੰਡ ਦਾ ਖਰਚ ਪੂਰਾ ਕਰ ਜਾਏਗੀ। ਵੰਡ ਦਾ ਤੁਹਾਨੂੰ ਦੱਸਿਆ ਹੈ ਵੀ ਜੇ ਬੰਦੇ ਦਾ ਪੁੱਤਰ ਹੋਵੇ ਤੇ 2 ਹਿੱਸੇ ਬਚਾਏਗੀ ਤੇ ਤੀਸਰਾ ਹਿੱਸਾ ਖਾਏਗੀ। ਠੀਕ ਹੋ ਗਿਆ। ਤੇ ਇਹ ਦੱਸੋ ਕਿ ਅਕਸਰ ਇਹਨਾਂ ਨੂੰ ਪੇਟ 'ਚ ਕੀੜੇ ਪੈ ਜਾਂਦੇ ਨੇ ਜੀ, ਉਹਨੂੰ ਅਸੀਂ ਕਹਿੰਦੇ ਆ ਕਿ ਹੁਣ ਇਹਨਾਂ ਦੇ ਅੰਦਰ ਜਿਹੜਾ ਨਾ ਜ਼ਹਿਰ ਹੋ ਗਿਆ, ਕੀੜੇ ਪੈ ਗਏ ਨੇ ਜਾਂ ਵਾਈਬਾਦੀ ਹੋ ਗਈ ਹੈ, ਇੱਥੋਂ ਸ਼ੁਰੂ ਹੁੰਦਾ ਜੀ। ਸਾਰੇ ਮੁੱਢ ਦੀ ਜੜ ਦੀ ਤੁਹਾਨੂੰ ਕੰਮ ਦੱਸਿਆ ਜੀ। ਅੱਛਾ, ਇਸ ਬਾਦੀ ਤੋਂ ਕੰਮ ਸ਼ੁਰੂ ਹੁੰਦਾ ਜੀ। ਠੀਕ ਹੋ ਗਿਆ। ਇੱਕ ਜਿਵੇਂ ਬਿਮਾਰੀ ਸ਼ੁਰੂ ਹੋ ਜਾਂਦੀ ਜੇ, ਬਾਦੀ ਐਸੀ ਚੀਜ਼ ਹੈ ਵੀ ਇਹ ਹਰ ਚੀਜ਼ ਤੇ ਥਣ ਤੇ ਗਈ, ਕੀੜਿਆਂ ਤੇ ਗਈ, ਉਹਨੇ ਕਿਹਾ ਮੈਂ ਇਹਨੂੰ ਜ਼ਹਿਰਬਾਦ ਸ਼ੁਰੂ ਹੋ ਗਿਆ, ਮੈਂ ਸੁੱਕਣਾ ਸ਼ੁਰੂ ਹੋ ਗਿਆ, ਮੈਂ ਦਾ ਦੁੱਧ ਘਟਣਾ ਸ਼ੁਰੂ ਹੋ ਗਿਆ, ਮੈਂ ਦਾ ਥਣ ਘਟ ਗਿਆ। ਇਹ ਸਾਰੀਆਂ ਜੜਾਂ ਨਹੀਂ ਇਹਦੀਆਂ, ਇਹ ਇੱਕ ਜਿਹੜੀ ਨਾ ਇਹ ਬਾਦੀ। ਅੱਛਾ, ਬਾਦੀ ਤੋਂ ਕੰਮ ਹੁੰਦਾ, ਬਾਦੀ ਤੋਂ ਕੰਮ ਇਸ ਬਿਮਾਰੀ ਸ਼ੁਰੂ ਹੁੰਦੀ। ਸਹੀ ਹੈ, ਬਾਦੀ ਨੂੰ ਰੋਕਣਾ ਚਾਹੀਦਾ, ਬਾਦੀ ਨੂੰ ਰੋਕਣਾ ਚਾਹੀਦਾ, ਕਿਉਂਕਿ ਉਹਨੂੰ ਤੁਸੀਂ ਮਸਾਲਾ ਦੇਈ ਜਾਓਗੇ 8 ਦਿਨਾਂ ਬਾਅਦ ਤੁਸੀਂ ਉਹਦਾ ਧਿਆਨ ਕਰੀ ਜਾਓਗੇ ਤੇ ਉਹ ਬਿਮਾਰੀ ਲਾਗੇ ਨਹੀਂ ਆਉਣ ਦੇਵੇਗੀ। ਤਾਂ ਇਹ ਤੇ ਇhtiyਾਤਾਂ ਹੋ ਗਈਆਂ ਨਾ। ਔਰ ਤੁਸੀਂ ਇਲਾਜ ਕੀ ਦੱਸ ਦਿਓ ਕਿ ਇਹਨੂੰ ਤੇਲ ਦੇ ਦਈਏ ਸਰੋਂ ਦੇ ਵਿੱਚ, ਮਿਰਚਾਂ ਪਾ ਕੇ ਦੇ ਦਈਏ? ਮਿਰਚਾਂ ਦਦੜ ਮਿਰਚਾਂ ਕਰਕੇ ਤੇ ਉਹ ਤੁਸੀਂ ਦਿਓ। ਠੀਕ ਹੋ ਗਿਆ। ਹਾਂਜੀ, ਬਾਕੀ ਮਸਾਲਾ ਜਿਹੜਾ ਹੈ ਨਾ, ਗੰਢੇ ਤੁਹਾਨੂੰ ਅੱਗੇ ਵੀ ਦੱਸਿਆ, ਗੰਢੇ, ਮਿਰਚਾਂ, ਅਦਰਕ ਤੇ ਮੋਟੀ ਇਲਾਚੀ ਜਿਹੜੀ ਹੈ ਇਹ ਨਾਲ ਰੱਖੋ। ਉਹਨੇ ਕਿਹਾ ਵੀ ਇਹ ਦਿੱਤੀ ਜਾਓ, ਅੱਲਾ ਪਾਕ ਉਹਨੇ ਕਰੇਗਾ, ਬਿਮਾਰੀ ਨਹੀਂ ਆਏਗੀ। ਮੈਂ ਇਹਦੇ ਨਾਲ। ਠੀਕ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਯੂਸਫ ਭਾਈ। ਕੋਈ ਗੱਲ। ਔਰ ਤੁਹਾਡੀ ਗੁਫ਼ਤਗੂ ਉਮੀਦ ਹੈ ਸਾਡੇ ਨਾਜ਼ਰੀਨ ਨੂੰ ਪਸੰਦ ਆਏਗੀ ਔਰ ਕਿਸੇ ਭਾਈ ਦਾ ਭਲਾ ਹੋਏਗਾ। ਅੱਲਾ ਦੇ ਨੰਬਰ ਕਿਉਂ ਅਗਰ ਤੁਹਾਡਾ ਹੈ ਤੇ ਆਖਰ ਤੇ ਸ਼ੇਅਰ ਕਰ ਦਿਓ।